ਹਰਪ੍ਰੀਤ ਸਿੰਘ ਜੀ ਪਹਿਲ ਕਰਨ ਤੇ ਪਹਿਲਾ ਹਥਿਆਰ ਉਹ ਖੁਦ ਪਾਉਣ ਲੈ ਗਏ। ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਹਥਿਆਰ ਰੱਖਦੇ ਹੁੰਦੇ ਸੀ ਤੇ ਉਹਨਾਂ ਕੋਲੇ ਮੌਜ਼ਰ ਸੀ ਤੇ ਉਹਨਾਂ ਦੇ ਪਾਇਆ ਹੁੰਦਾ ਸੀ। ਉਹਨਾਂ ਕੋਲ ਤਾਂ ਲਾਇਸੈਂਸ ਹੈ ਨਹੀਂ ਸੀ ਤੇ ਪਰ ਉਹ ਕਿਹਾ ਕਰਦੇ ਸੀ ਕਿ ਭਾਈ ਮੋਟਰਸਾਈਕਲ ਖਰੀਦੋ ਤੇ ਹਥਿਆਰ ਕੋਲੇ ਰੱਖੋ। ਤੇ ਨਾਲ ਇਹ ਵੀ ਕਹਿੰਦੇ ਹੁੰਦੇ ਸੀ ਕਿ ਜੇ ਤੁਹਾਨੂੰ ਕੋਈ ਪੁੱਛੇ ਭਾਈ ਬਈ ਲਾਇਸੈਂਸ ਕਿੱਥੇ ਹੈ ਤੇ ਅਨੰਦਪੁਰ ਸਾਹਿਬ ਦਾ ਮਤਾ ਦਿਖਾ ਦਿਓ ਵੀ ਸਾਡੇ ਮਤੇ ਦੇ ਵਿੱਚ ਲਿਖਿਆ ਹੋਇਆ ਹੈ ਤੇ ਸਾਡੇ ਅਕਾਲੀ ਦਲ ਨੇ ਇਹਦੇ ਤੇ ਆਪਣਾ ਧਰਮ ਯੁੱਧ ਸ਼ੁਰੂ ਕੀਤਾ ਹੋਇਆ। ਮੈਂ ਗੱਲ ਇਹਨਾਂ ਨੇ ਕੀਤੀ ਹੈ ਵੀ ਜਿਹੜੇ ਯੰਗ ਮੁੰਡੇ ਕੁੜੀਆਂ ਨੌਜਵਾਨ ਉਹ ਹਥਿਆਰ ਰੱਖਣ। ਸੋ ਮੇਰੇ ਤਜਰਬੇ ਦੇ ਅਨੁਸਾਰ ਇਹ ਗੱਲ ਛੋਟੀ ਨਹੀਂ। ਜਥੇਦਾਰ ਜੀ ਸਾਰੀ ਗੱਲ ਨੂੰ ਪਹਿਲਾਂ ਕਲੀਅਰ ਕਰ ਕਿ ਇਹ ਕਾਲ ਦੇਤੀ ਕਿ ਇਹਦਾ ਮਕਸਦ ਉਹਨਾਂ ਦਾ ਕੀ ਹੈ, ਕਿੱਥੋਂ ਡਰ ਹੈ ਸਿੱਖਾਂ ਨੂੰ। ਡਰ ਸਿੱਖਾਂ ਨੂੰ ਹੈ, ਅਕਾਲੀਆਂ ਨੂੰ ਹੈ, ਕਿਹਨਾਂ ਨੂੰ ਡਰ। ਗੱਲ ਸਪਸ਼ਟ ਹੀ ਕਰ ਦੇਣਾ ਥੋੜ੍ਹੀ ਜਿਹੀ, ਦੇਸ਼ ਦੇ ਵਿੱਚ ਮਾਹੌਲ ਜਿਹੜਾ ਕਮਰਨਲ ਹੈ ਉਹ ਟੈਨਸ਼ਨ ਵੱਧ ਰਹੀ ਹੈ, ਲੇਕਿਨ ਉਹ ਟੈਨਸ਼ਨ ਜਿਹੜੀ ਡਿਵਿਸਿਵ ਪੋਲੀਟਿਕਸ ਹੈ ਉਹਦੇ ਵਿੱਚ ਪੈਦਾ ਹੋ ਰਹੀ ਹੈ। ਤੇ ਡਿਵਿਸਿਵ ਪੋਲੀਟਿਕਸ ਦੀ ਜਨਮਦਾਤਾ RSS ਹੈ ਤੇ ਅੱਗੇ ਉਹਨੂੰ ਇੰਪਲੀਮੈਂਟ BJP ਤੇ ਸੰਘ ਪਰਿਵਾਰ ਦੀਆਂ ਬਾਕੀ ਜਿਹੜੀ ਜਥੇਬੰਦੀਆਂ ਉਹ ਕਰ ਰਹੀਆਂ। ਔਰ ਅਕਾਲੀ ਦਲ ਤਾਂ 23 ਸਾਲ ਉਸ ਸਿਆਸਤ ਦਾ ਹਿੱਸਾ ਰਿਹਾ ਜਿਹੜੀ ਡਿਵਿਸਿਵ ਪੋਲੀਟਿਕਸ ਹੈ, ਉਸ ਪਾਰਟੀ ਦੇ ਨਾਲ ਅਲਾਇੰਸ ਸੀ ਇਹਨਾਂ ਦੀ। ਜਥੇਦਾਰ ਜੀ ਇਹ ਡਿਫਾਈਨ ਕਰਨ ਵੀ ਜਿਹੜੀ ਉਹ ਸਿਆਸਤ ਹੈ ਉਹਦੇ 'ਤੇ ਸਿੱਖਾਂ ਦਾ ਕੀ ਅਸਰ ਪੈ ਰਿਹਾ ਤੇ ਸਿੱਖ ਜਾਂ SGPC ਤੇ ਅਕਾਲੀ ਦਲ ਕੀ ਪੋਜੀਸ਼ਨ ਲੈਣਗੇ, ਕੀ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਉਹਦੇ ਕੋਲੇ ਕੋਈ ਇਹ ਅਥਾਰਟੀ ਹੈ ਕਿ ਉਹ ਸਿੱਖਾਂ ਬਾਰੇ ਕੋਈ ਲਾਈਨ ਖਿੱਚ ਕੇ ਫੈਸਲਾ ਲੈ ਸਕਣ, ਕਿਉਂਕਿ ਸਿੱਖ ਇਸ ਲੀਡਰਸ਼ਿਪ ਨੂੰ ਰਿਜੈਕਟ ਕਰ ਚੁੱਕੇ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਗੁਰਗਾਈ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਮੀਰੀ ਪੀਰੀ ਦੇ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਨਾਲ ਹੀ ਕਿਹਾ ਕਿ ਹਰ ਸਿੱਖ ਨੂੰ ਕਾਨੂੰਨਨ ਤੌਰ 'ਤੇ ਕਾਨੂੰਨੀ ਕਾਰਵਾਈ ਤਹਿਤ ਇੱਕ ਲਾਇਸੈਂਸ ਹਥਿਆਰ ਲੈ ਲੈਣਾ ਚਾਹੀਦਾ। ਉਹਨਾਂ ਕਿਹਾ ਕਿ ਵੇਲਾ ਬੜਾ ਔਖਾ। ਕਿਸ ਵੇਲੇ ਦੀ ਗੱਲ ਕਰਦੇ ਨੇ ਤੇ ਕਿੰਨਾ ਕੀ ਵੇਲਾ ਔਖਾ ਨੇ ਤੇ ਕੀ ਕੋਲ ਲਾਇਸੈਂਸੀ ਹਥਿਆਰ ਰੱਖਣ ਦੇ ਨਾਲ ਮਸਲੇ ਹੱਲ ਹੋ ਜਾਣਗੇ। ਜਦ ਤੱਕ ਸਾਹਿਬ ਦੇ ਜਥੇਦਾਰ ਵੱਲੋਂ ਬਿਆਨ ਦਿੱਤਾ ਗਿਆ, ਉਹਨਾਂ ਬਿਆਨਾਂ ਨੂੰ ਸਮਝਣ ਦਾ ਯਤਨ ਕਰਾਂਗੇ। ਸਾਡੇ ਨਾਲ ਇਸ ਸਮੇਂ ਲੇਖਕ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੁਣੀ ਉਹਨਾਂ ਦੇ ਨਾਲ ਗੱਲਬਾਤ ਕਰਦੇ। ਭਾਈ ਤੁਸੀਂ ਤੇ ਅਕਾਲ ਤਖਤ ਸਾਹਿਬ ਦੇ ਕਾਫੀ ਹੁਕਮ ਮੰਨ ਲੈਂਦੇ ਨੇ, ਲਾਇਸੈਂਸ ਲੈ ਲਿਆ ਕਿ ਨਹੀਂ ਲਿਆ ਜੀ? ਦੇਖੋ ਜੀ, ਮੈਂ ਚਾਹੂੰਗਾ ਕਿ ਪਹਿਲਾਂ ਪਹਿਲ ਕਰਨ ਜਥੇਦਾਰ ਅਕਾਲ ਤਖਤ ਯਾਨੀ ਹਰਪ੍ਰੀਤ ਸਿੰਘ ਜੀ। ਜਦੋਂ ਉਹ ਲੈ ਲੈਣਗੇ ਤੇ ਮੈਂ ਵੀ ਕੋਸ਼ਿਸ਼ ਕਰੂੰਗਾ ਤੇ ਮੈਂ ਨਾਲ ਚਾਹੂੰਗਾ ਕਿ ਮੈਨੂੰ ਹਥਿਆਰ ਖਰੀਦਣ ਵਾਸਤੇ ਪੈਸੇ ਵੀ ਦੇ ਦੇਣ, ਕਿਉਂਕਿ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਤੇ ਪਰ ਮੈਂ ਚਾਹੂੰਗਾ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲ ਕਰਨ ਤੇ ਪਹਿਲਾ ਹਥਿਆਰ ਉਹ ਖੁਦ ਪਾਉਣ ਲੈ ਕੇ ਉਹਨਾਂ ਨੂੰ ਮੈਂ ਯਾਦ ਕਰਾ ਦਿਆਂ ਕਿ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਹਥਿਆਰ ਰੱਖਦੇ ਹੁੰਦੇ ਸੀ ਤੇ ਉਹਨਾਂ ਕੋਲੇ ਮੌਜ਼ਰ ਸੀ ਤੇ ਉਹਨਾਂ ਦੇ ਪਾਇਆ ਹੁੰਦਾ ਸੀ। ਉਹਨਾਂ ਕੋਲ ਤਾਂ ਲਾਇਸੈਂਸ ਹੈ ਨਹੀਂ ਸੀ ਤੇ ਪਰ ਉਹ ਕਿਹਾ ਕਰਦੇ ਸੀ ਕਿ ਭਾਈ ਮੋਟਰਸਾਈਕਲ ਖਰੀਦੋ ਤੇ ਹਥਿਆਰ ਕੋਲੇ ਰੱਖੋ। ਤੇ ਨਾਲ ਇਹ ਵੀ ਕਹਿੰਦੇ ਹੁੰਦੇ ਸੀ ਕਿ ਜੇ ਤੁਹਾਨੂੰ ਕੋਈ ਪੁੱਛੇ ਭਾਈ ਬਈ ਲਾਇਸੈਂਸ ਕਿੱਥੇ ਹੈ ਤੇ ਅਨੰਦਪੁਰ ਸਾਹਿਬ ਦਾ ਮਤਾ ਦਿਖਾ ਦਿਓ ਵੀ ਸਾਡੇ ਮਤੇ ਦੇ ਵਿੱਚ ਲਿਖਿਆ ਹੋਇਆ ਹੈ ਤੇ ਸਾਡੇ ਅਕਾਲੀ ਦਲ ਨੇ ਇਹਦੇ ਤੇ ਆਪਣਾ ਧਰਮ ਯੁੱਧ ਸ਼ੁਰੂ ਕੀਤਾ ਹੋਇਆ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਮਤਾ, ਉਹਦੇ 'ਚ ਲਾਈਨ ਕੀ ਹੈ। ਤੇ ਮਤਲਬ ਜੀ ਜਿਹੜਾ ਹੁਣ ਜਥੇਦਾਰ ਸਾਹਿਬ ਨੇ ਉਹ ਜਿਹੜਾ ਅਨੰਦਪੁਰ ਸਾਹਿਬ ਵਾਲਾ ਮਤਾ ਤੁਹਾਡੇ ਹਿਸਾਬ ਦੇ ਨਾਲ ਪੜ੍ਹਿਆ ਹੋਊਗਾ ਕਿ ਨਹੀਂ ਪੜ੍ਹਿਆ ਹੋਊਗਾ ਜੀ, ਜਿਹੜਾ ਤੁਸੀਂ ਹੁਣ ਪੜ੍ਹ ਕੇ ਸੁਣਾਉਣ ਲੱਗੇ ਜੀ? ਨਹੀਂ, ਗੱਲ ਸਿਰਫ ਮਤਾ ਪੜ੍ਹਨ ਦੀ ਨਹੀਂ ਜੀ, ਗੱਲ ਪੂਰੀ ਇਹਦੇ ਪਿੱਛੇ ਵੀ ਸਿਆਸਤ ਕੀ ਹੈ ਜੀ, ਕਿ ਜਥੇਦਾਰ ਜੀ ਖੁਦ ਕਿੱਥੇ ਖੜੇ ਹੈ ਤੇ ਇਸ ਕਾਲ ਦਾ ਮਤਲਬ ਕੀ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ। ਜਿਸ ਸੰਸਥਾ ਨੂੰ ਉਹ ਲੀਡ ਕਰਦੇ ਹੈ ਉਹ ਸਰਵਉੱਚ ਮੰਨੀ ਜਾਂਦੀ ਹੈ। ਪਹਿਲਾਂ ਤਾਂ ਉਹ ਉਸ ਸੰਸਥਾ ਨੂੰ ਡਿਫਾਈਨ ਕਰਨ ਬਈ ਅਕਾਲ ਤਖਤ ਸਾਹਿਬ ਦੀ ਮੀਨਿੰਗ ਕੀ ਹੈ, ਕਿਉਂਕਿ ਮੈਂ ਜੋ ਲਾਸਟ ਟਾਈਮ ਉੱਥੇ ਗਿਆ ਸੀਗਾ ਤੇ ਘੱਟੋ ਘੱਟ 3 ਥਾਂ ਤੇ ਮੈਂ ਦੇਖਿਆ ਕਿ ਉੱਥੇ ਗ੍ਰੰਥ ਸਾਹਿਬ ਰੱਖੇ ਹੋਏ ਸੀ। ਗੁਰੂ ਸਾਹਿਬ ਨੇ ਤਾਂ ਮੇਰੇ ਖਿਆਲ ਦੇ ਵਿੱਚ ਇੱਕ ਤਖਤ ਬਣਾਇਆ ਸੀ ਜਿਹੜਾ ਸਟੇਟ ਪਾਵਰ ਦਾ ਸਿੰਬਲ ਸੀ।
ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਦਰਬਾਰ ਸਾਹਿਬ ਦੇ ਵਿੱਚ ਹੁੰਦਾ ਹੈ। ਜੀ ਇਹ ਕਿਵੇਂ ਹੋ ਗਿਆ ਕਿ ਹੌਲੀ ਹੌਲੀ ਸਿੱਖਾਂ ਨੇ SGPC ਨੇ ਉੱਥੇ ਹਰ ਕਮਰੇ ਦੇ ਵਿੱਚ ਹੀ ਵਰਚੁਅਲੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ ਇੱਕ ਬਹੁਤ ਵੱਡੀ ਫਿਲਾਸਫੀ ਹੈ, ਜੀਵਨ ਜਾਚ ਹੈ। ਜੀ ਉਹਦੀ ਸਿੱਖਿਆ ਦਿਓ, ਲੋਕਾਂ ਨੂੰ ਚੱਲਣਾ ਸਿਖਾਓ। ਅਕਾਲ ਤਖਤ ਉਹ ਤਾਂ ਫਲੋ ਕਰਦਾ ਉਸ ਸਿੱਖਿਆ ਤੋਂ, ਜੀ ਜਿਹੜੀ ਸਟੇਟ ਪਾਵਰ ਹੈ। ਗੁਰੂ ਹਰਗੋਬਿੰਦ ਹੋਰਾਂ ਨੇ ਇੱਕ ਸਟੇਟ ਪਾਵਰ ਦਾ ਸਿੰਬਲ ਕ੍ਰੀਏਟ ਕੀਤਾ ਸੀ, ਅਤੇ ਇਸੇ ਕਰਕੇ ਇਹ ਕਿਹਾ ਜਾਂਦਾ ਹੁੰਦਾ ਲਗਾਤਾਰ ਵੀ ਖਾਲਸਿਆਂ ਦੀ ਲੜਾਈ ਤਾਂ ਦਿੱਲੀ ਤਖਤ ਵਰਸੇਜ਼ ਅਕਾਲ ਤਖਤ ਸ਼ੁਰੂ ਤੋਂ ਹੀ ਹੈ। ਜੀ ਬਲੂ ਸਟਾਰ ਵੇਲੇ ਵੀ ਇਹੀ ਗੱਲ ਸਾਹਮਣੇ ਆਉਂਦੀ ਸੀਗੀ। ਸੋ ਪਹਿਲਾਂ ਡਿਫਾਈਨ ਕਰਨ ਵੀ ਇਹ ਅਕਾਲ ਤਖਤ ਸਾਹਿਬ ਨੂੰ ਸਿੱਖਾਂ ਦੀ ਸਾਵਰਨਿਟੀ, ਪ੍ਰਭੂ ਸੱਤਾ ਦਾ ਪ੍ਰਤੀਕ ਮੰਨਦੇ ਆ। ਆਜ਼ਾਦ ਹਸਤੀ ਤਾਂ ਸਿੱਖਾਂ ਦੀ ਹੈ ਹੀ, ਇਹ ਸਾਵਰਨਿਟੀ ਦਾ ਨਿਸ਼ਾਨੀ ਹੈ ਸਿੱਖਾਂ ਦੀ ਸਟੇਟ ਪਾਵਰ ਦੀ। ਅੱਜ ਦੇ ਸੰਦਰਭ ਦੇ ਵਿੱਚ ਉਹਨੂੰ ਡਿਫਾਈਨ ਕਿਵੇਂ ਕਰਨਾ ਹੈ, ਉਹ ਸਾਵਰਨਿਟੀ ਨੂੰ, ਇਹ ਗੱਲ ਹੈ। ਮੈਂ ਚਾਹੂੰਗਾ ਕਿ ਹਰਪ੍ਰੀਤ ਸਿੰਘ ਜੀ ਪੜ੍ਹੇ ਲਿਖੇ ਬੰਦੇ ਹੈ ਜੀ, ਅਤੇ ਉਹ ਇਸ ਇਸ਼ੂ ਨੂੰ ਪਹਿਲਾਂ ਡਿਫਾਈਨ ਕਰਨ ਪ੍ਰੋਪਰਲੀ। ਦੂਜਾ ਜਿਹੜਾ ਅਨੰਦਪੁਰ ਸਾਹਿਬ ਮੱਤੇ ਦਾ ਤੁਸੀਂ ਜ਼ਿਕਰ ਕਰ ਰਹੇ, ਉਹਦੇ 'ਚ ਕੀ ਲਿਖਿਆ ਜਿਹਦੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵੀ ਜੋੜ ਕੇ ਦੱਸ ਰਹੇ ਜੀ? ਮੈਂ ਤੁਹਾਨੂੰ ਹੁਣ ਪੜ੍ਹ ਕੇ ਸੁਣਾ ਦੇਣਾ। ਜੀ ਜੀ ਜੀ। ਸ਼੍ਰੋਮਣੀ ਅਕਾਲੀ ਦਲ ਦਾ ਵਿਚਾਰ ਹੈ, ਇਹ ਜਿਹੜਾ ਮਤਾ ਹੈ ਇਹ ਅਕਾਲੀ ਦਲ ਦਾ ਹੈ, ਇਹ ਧਿਆਨ ਰੱਖਿਓ ਜੀ। ਸ਼੍ਰੋਮਣੀ ਅਕਾਲੀ ਦਲ ਦਾ ਵਿਚਾਰ ਹੈ ਕਿ ਹਰ ਇਸਤਰੀ ਪੁਰਸ਼ ਲਈ ਜਿਸ ਨੂੰ ਕਿਸੇ ਇਖਲਾਕੀ ਜੁਰਮ ਵਿੱਚ ਅਦਾਲਤ ਵੱਲੋਂ ਕੋਈ ਸਜ਼ਾ ਨਾ ਦਿੱਤੀ ਗਈ ਹੋਵੇ, ਛੋਟੇ ਸ਼ਸਤਰ, ਰਿਵਾਲਵਰ, ਬੰਦੂਕ ਤਥਾ ਪਿਸਤੌਲ, ਰਾਈਫਲ ਅਤੇ ਕਾਰਬਾਈਨ ਆਦਿ ਰੱਖਣ ਦੀ ਪੂਰੀ ਖੁੱਲ੍ਹ ਹੋਵੇ ਅਤੇ ਕੋਈ ਲਾਇਸੈਂਸ ਲੈਣ ਦੀ ਲੋੜ ਨਾ ਹੋਵੇ, ਕੇਵਲ ਰਜਿਸਟ੍ਰੇਸ਼ਨ ਕਾਫੀ ਸਮਝੀ ਜਾਵੇ। ਜੀ ਤੋ ਸੰਤ ਜਰਨੈਲ ਸਿੰਘ ਨੇ ਕਿਆ ਕਰਨਾ ਵੀ ਆ, ਇਹ ਲਿਖਿਆ ਹੋਇਆ ਹੈਗਾ ਵੀ ਇਹੀ ਕਾਫੀ ਹੈ ਜੀ ਰਜਿਸਟ੍ਰੇਸ਼ਨ, ਜੀ ਅਤੇ ਰਜਿਸਟ੍ਰੇਸ਼ਨ ਤਾਂ ਹੁੰਦੀ ਹੈ, ਅਤੇ ਨਾਲ ਇਹ ਮਤਾ ਦਿਖਾ ਦਿਓ ਵੀ ਸਾਡੇ ਕੋਲ ਤਾਂ ਸਾਨੂੰ ਤਾਂ ਅਥਾਰਟੀ ਹੈ ਜੀ। ਹਾਂਜੀ। ਹੁਣ ਮੈਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਇਤਿਹਾਸ ਨੂੰ ਪਿੱਛੇ ਲੈ ਕੇ ਜਾਣਾ ਚਾਹੁੰਦੇ ਜਾਂ ਕੀ ਕਰਨਾ ਚਾਹੁੰਦੇ, ਇਹ ਤਾਂ ਉਹੀ ਦੱਸਣ ਜੀ ਕਿ ਇਹਦੇ ਪਿੱਛੇ ਹੈ ਕਿ। ਨਾਲ ਉਹਨੇ ਇੱਕ ਗੱਲ ਹੋਰ ਕੀਤੀ ਉਹਨਾਂ ਨੇ ਜੀ ਕਿ ਅੱਜ ਦੀਆਂ ਹਾਲਤਾਂ ਦੇ ਅਨੁਸਾਰ ਸੰਦਰਭ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਔਰ ਹਾਲਤਾਂ ਵੀ ਡਿਫਾਈਨ ਕਰਨ ਵੀ ਉਹ ਹਾਲਤਾਂ ਹੈ ਕੀ। ਜੀ ਤੀਜੀ ਗੱਲ ਇਹਨਾਂ ਨੇ ਕੀਤੀ ਹੈ ਵੀ ਜਿਹੜੇ ਯੰਗ ਮੁੰਡੇ ਕੁੜੀਆਂ ਹੈ, ਨੌਜਵਾਨ, ਉਹ ਹਥਿਆਰ ਰੱਖਣ। ਜੀ ਸੋ ਮੇਰੇ ਤਜਰਬੇ ਦੇ ਅਨੁਸਾਰ ਇਹ ਗੱਲ ਛੋਟੀ ਨਹੀਂ ਹੈ। ਜੀ ਮੈਂ 1978 ਤੋਂ ਲੈ ਕੇ ਜੋ ਕੁਛ ਪੰਜਾਬ ਦੇ ਵਿੱਚ ਹੋਇਆ ਉਹਦਾ ਮੈਂ ਆਈ ਵਿਟਨੈਸ ਹੈ, ਜੀ ਅਤੇ 79 ਤੋਂ ਮੈਂ ਲਗਾਤਾਰ ਸਾਰਾ ਕੁਛ ਹੀ ਦੇਖ ਰਿਹਾ। ਮੈਂ ਅੰਮ੍ਰਿਤਸਰ ਵੀ ਰਿਹਾ, ਜਦੋਂ ਸੰਤ ਜਰਨੈਲ ਸਿੰਘ ਦਾ ਰਾਈਜ਼ ਹੈ ਅੰਮ੍ਰਿਤਸਰ, ਮੈਂ ਮੇਰੀ ਪੋਸਟਿੰਗ ਹੋਈ ਸੀ, ਅਤੇ ਮੇਰੇ ਸਾਹਮਣੇ ਹੀ ਬਹੁਤ ਕੁਛ ਹੁੰਦਾ ਰਿਹਾ। ਸੋ ਹਥਿਆਰ ਆਉਂਦੇ ਜਾਂਦੇ ਨਿਕਲਦੇ ਸਾਰਾ ਕੁਛ ਹੀ ਦੇਖਿਆ, ਅਤੇ ਇਸੇ ਕਰਕੇ ਮੈਂ ਜਦੋਂ ਸੁਣੀ ਅੱਜ ਇਹ, ਫਿਰ ਮੈਂ ਉਦੋਂ ਸੋਚੀ ਜਾਂਦਾ ਵੀ ਇਹਦੇ ਪਿੱਛੇ ਹੈ ਕੀ। ਜੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜ਼ਿੰਮੇਵਾਰੀ ਸੰਭਾਲੀ, ਐਕਟਿੰਗ ਦੇ ਜਥੇਦਾਰ ਹੈਗੇ ਅਕਾਲ ਤਖਤ ਦੇ ਅੱਜ ਵੀ ਬਹੁਤ ਚਿਰ ਤੋਂ, ਜੀ ਜੀ ਅਤੇ ਉਦੋਂ ਸ਼ੁਰੂ ਦੇ ਵਿੱਚ ਬੜੀਆਂ ਵਧੀਆ ਇਹਨਾਂ ਨੇ ਬੈਲੈਂਸਡ ਸਟੇਟਮੈਂਟਸ ਦਿੱਤੀਆਂ ਸੀਗੀਆਂ, ਪਰ ਸਡਨਲੀ ਵਿੱਚੋਂ ਮੈਨੂੰ ਇਹ ਲੱਗਾ ਕਿ ਡੀਰੇਲ ਹੋ ਗਏ, ਅਤੇ ਜਿਵੇਂ ਸਪੋਕਸਮੈਨ ਬਣ ਗਏ ਹੁੰਦੇ ਹੈ ਕਿਸੇ ਪਾਰਟੀ ਦੇ ਜੀ ਜਾਂ ਕਿਸੇ ਲੀਡਰ ਦੇ, ਜੀ ਉਹ ਇੰਪਰੈਸ਼ਨ ਆਉਣਾ ਸ਼ੁਰੂ ਹੋ ਗਿਆ। ਮੈਂ ਸ਼ੁਰੂ ਕਰੂੰਗਾ ਐਗਜ਼ਾਮਪਲ ਪਹਿਲੀ, ਜਦੋਂ SGPC ਦਾ 100 ਸਾਲਾ ਸਥਾਪਨਾ ਦਿਵਸ ਸੀ, ਉੱਥੇ ਫੰਕਸ਼ਨ ਹੋਇਆ ਮੰਜੀ ਸਾਹਿਬ ਹਾਲ ਅੰਮ੍ਰਿਤਸਰ। ਉੱਥੇ ਜਿਸ ਢੰਗ ਨਾਲ ਇਹਨਾਂ ਨੇ ਸਪੀਚ ਦਿੱਤੀ, ਉਹ ਤੋਂ ਇਹ ਐਂ ਲੱਗ ਰਿਹਾ ਸੀ ਵੀ ਇਹ ਪੰਥ ਦੇ ਜਥੇਦਾਰ ਨਹੀਂ, ਜੀ ਇੱਕ ਸੈਕਸ਼ਨ ਦੇ ਜਥੇਦਾਰ ਹੈ। ਜੀ ਸੋ ਇਸ ਤਰ੍ਹਾਂ ਇਹਨਾਂ ਦੀ ਹੋਰ ਵੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਜੀ ਇਹਨਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਚਾਹੀਦਾ ਹੈ ਅਤੇ ਪੰਥ ਇਕੱਠਾ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਪੰਥ ਤੋਂ ਬਹੁਤ ਸਾਲ ਪਹਿਲਾਂ ਹੀ ਪਾਸੇ ਹਟ ਗਿਆ ਸੀ। ਜੀ ਹੁਣ ਪੰਥ ਦਾ ਨਾਅਰਾ ਦੇ ਕੇ ਅਕਾਲੀ ਦਲ ਆਪਣੇ ਆਪ ਨੂੰ ਰਿਵਾਈਵ ਕਰਨਾ ਚਾਹੁੰਦਾ। ਉਹਦੇ ਵਿੱਚ ਬੰਦੇ ਸਿੰਘਾਂ ਦੀ
ਜਿਹੜੀ ਰਿਹਾਈ ਹੈ ਚਲੋ ਹੋ ਜੇ ਵਧੀਆ ਗੱਲ ਹੈ, ਲੇਕਿਨ ਉਹ ਕਮਿਟਮੈਂਟ ਕੋਈ ਰਿਹਾਈ ਵਾਸਤੇ ਨਹੀਂ ਹੈ ਮੇਰੇ ਖਿਆਲ ਦੇ ਵਿੱਚ। ਮੈਨੂੰ ਲੱਗਦਾ ਕਿ ਅਕਾਲੀ ਦਲ ਨੇ ਜਥੇਦਾਰ ਨੂੰ ਅੱਗੇ ਲਾਤਾ ਕਿ ਤੁਸੀਂ ਅੱਗੇ ਕਿ ਚਲੋ ਅਸੀਂ ਪਿੱਛੇ ਪਿੱਛੇ ਚੱਲਦੇ, ਚਲੋ ਪੰਥ ਇਕੱਠਾ ਕਰੀਏ ਜੀ। ਮੈਂ ਲਫ਼ਜ਼ ਇਹ ਨਹੀਂ ਵਰਤਦਾ, ਮੈਂ ਇਹ ਕਹੂੰਗਾ ਕਿ ਇਹ ਜਿਹੜੇ ਇਹਨਾਂ ਦੀ ਸਟੇਟਮੈਂਟ ਹੈ ਇਹ ਅਕਾਲੀ ਦਲ ਨੂੰ ਮੁੜ ਕੇ ਪੰਥਕ ਸਫਾ 'ਚ ਲਿਜਾਣ ਦੀ ਇੱਕ ਹੋਰ ਕੋਸ਼ਿਸ਼ ਹੈ। ਕਿਉਂਕਿ ਜਥੇਦਾਰ ਸਾਹਿਬ ਬਾਰੇ ਮੈਂ ਇਹ ਲਫ਼ਜ਼ ਨਹੀਂ ਵਰਤ ਸਕਦਾ ਕਿ ਬਹੁਤ ਵੱਡੀ ਹਸਤੀ ਹੋ ਕਿ ਇਹ ਕਿਸੇ ਦਾ ਇੰਸਟਰੂਮੈਂਟ ਹੈਗੇ ਆ। ਫਿਰ ਸਭ ਤੋਂ ਪਹਿਲਾਂ ਤੇ ਸੁਖਬੀਰ ਬਾਦਲ ਹੋਣਾ ਨੂੰ ਜਿਹੜਾ ਗਾਤਰਾ ਸਾਹਿਬ ਉੱਪਰੋਂ ਦੀ ਪਾਉਣਾ ਪਊਗਾ ਕੁੜਤੇ ਦੇ ਜੀ। ਨਹੀਂ, ਗੱਲ ਸਿਰਫ ਗਾਤਰਾ ਪਾਉਣ ਦੀ ਨਹੀਂ ਹੈ। ਪੰਥ ਨਾਲ ਖੋਲ੍ਹੋ, ਦਾੜੇ ਖੁੱਲੇ ਛੱਡਣੇ ਪੈਣਗੇ ਸਾਰਿਆਂ ਨੂੰ ਜੀ। ਅੱਧਾ ਤੇ ਅਕਾਲੀ ਦਲ ਦਾੜੇ ਬਣ ਕੇ ਰੱਖਦਾ ਜੀ। ਨਹੀਂ, ਕਦੇ ਕਦੇ ਇਹ ਛੱਡ ਵੀ ਲੈਂਦੇ ਸੀ, ਵਿੱਚੋਂ ਇਹਨਾਂ ਦੇ ਫੋਟੋਆਂ ਹੈਗੀਆਂ ਜਿੱਥੇ ਦਾੜਾ ਵੀ ਖੁੱਲ੍ਹਾ ਹੈ ਜੀ, ਤੇ ਉਹ ਫੋਟੋਆਂ ਵੀ ਹੈਗੀਆਂ ਹੋਲੀ ਖੇਡਦੇ ਦੀਆਂ ਜਿਸ ਸਿਰ 'ਤੇ ਦਸਤਾਰ ਵੀ ਹੈ ਨਹੀਂ ਜੀ, ਉਹ ਅਕਾਲੀ ਦਲ ਦੇ ਕਿਸੇ ਲੀਡਰ ਦੀ ਫੋਟੋ ਨਹੀਂ ਹੋ ਸਕਦੀ ਮੇਰੇ ਖਿਆਲ ਦੇ ਵਿੱਚ। ਜੀ, ਉਦੋਂ ਇਹ ਕਿਸੇ ਹੋਰ ਪਾਸੇ ਤੁਰੇ ਹੋਏ ਸੀ। ਜੀ। ਹੁਣ ਜਦੋਂ ਇਹ ਵਾਪਸ ਸਿੱਖ ਡੋਮੇਨ 'ਚ ਜਾਣ ਦੀ ਕੋਸ਼ਿਸ਼ ਕਰਦੇ ਹੈ ਉਦੋਂ ਉਹ ਫੋਟੋਆਂ ਵੀ ਸਾਹਮਣੇ ਧਰ ਲੈਣ ਆਪਣੀਆਂ। ਪਰ ਕਿੱਡਾ ਕਿ ਵੇਲਾ ਔਖਾ ਹੈ ਜੀ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਸਟੇਟਮੈਂਟ ਕਿ ਨੌਜਵਾਨ ਮੁੰਡੇ ਕੁੜੀਆਂ ਹਥਿਆਰ ਰੱਖ ਲਓ ਜੀ। ਲੜਾਈ ਕਿਹਦੇ ਨਾਲ ਲੜਨੀ? ਪੰਜਾਬ ਦੇ ਮੁੰਡਿਆਂ ਨੇ, ਕੁੜੀਆਂ ਨੇ ਕਿਹਦੇ ਨਾਲ ਲੜਾਈ ਲੜਨੀ, ਜਾਂ ਕਿਸ ਦੇ ਖਿਲਾਫ ਲੜਾਈ ਕਰਨ ਨੂੰ ਤਿਆਰ ਕੀਤਾ ਜਾ ਰਿਹਾ? ਦੇਖੋ, ਆਪਾਂ ਹੁਣ ਮੈਂ ਗੱਲ ਸਪਸ਼ਟ ਹੀ ਕਰ ਦਿੰਦਾ ਥੋੜ੍ਹੀ ਜਿਹੀ। ਦੇਸ਼ ਦੇ ਵਿੱਚ ਮਾਹੌਲ ਜਿਹੜਾ ਕਮਰਨਲ ਹੈ ਉਹ ਟੈਨਸ਼ਨ ਵੱਧ ਰਹੀ ਹੈ ਜੀ, ਲੇਕਿਨ ਉਹ ਟੈਨਸ਼ਨ ਜਿਹੜੀ ਡਿਵਿਸਿਵ ਪੋਲੀਟਿਕਸ ਹੈ ਉਹਦੇ ਵਿੱਚ ਪੈਦਾ ਹੋ ਰਹੀ ਹੈ। ਅਤੇ ਡਿਵਿਸਿਵ ਪੋਲੀਟਿਕਸ ਦੀ ਜਨਮਦਾਤਾ RSS ਹੈ ਅਤੇ ਅੱਗੇ ਉਹਨੂੰ ਇੰਪਲੀਮੈਂਟ BJP ਅਤੇ ਸੰਘ ਪਰਿਵਾਰ ਦੀਆਂ ਬਾਕੀ ਜਿਹੜੀ ਜਥੇਬੰਦੀਆਂ ਉਹ ਕਰ ਰਹੀਆਂ। ਔਰ ਅਕਾਲੀ ਦਲ ਤਾਂ 23 ਸਾਲ ਉਸ ਸਿਆਸਤ ਦਾ ਹਿੱਸਾ ਰਿਹਾ ਜਿਹੜੀ ਡਿਵਿਸਿਵ ਪੋਲੀਟਿਕਸ ਹੈ। ਉਸ ਪਾਰਟੀ ਦੇ ਨਾਲ ਅਲਾਇੰਸ ਸੀ ਇਹਨਾਂ ਦੀ। ਇਹਨਾਂ ਨੇ ਤਾਂ ਕਦੇ ਗੁਜਰਾਤ ਰਾਈਟਸ ਵੀ ਉਸ ਢੰਗ ਨਾਲ ਕੰਡੈਮ ਨਹੀਂ ਸੀ ਕੀਤੇ। ਹਾਂਜੀ, ਸੋ ਕਿਤੇ ਤਾਂ ਲਾਈਨ ਖਿੱਚਣ ਨਾ। ਹੁਣ ਜਥੇਦਾਰ ਜੀ ਇਹ ਡਿਫਾਈਨ ਕਰਨ ਵੀ ਜਿਹੜੀ ਉਹ ਸਿਆਸਤ ਹੈ ਉਹਦੇ 'ਤੇ ਸਿੱਖਾਂ ਦਾ ਕੀ ਅਸਰ ਪੈ ਰਿਹਾ, ਅਤੇ ਸਿੱਖ ਜਾਂ SGPC ਅਤੇ ਅਕਾਲੀ ਦਲ ਕੀ ਪੋਜੀਸ਼ਨ ਲੈਣਗੇ। ਕੀ ਜਿਹੜੀ ਪ੍ਰੈਜੈਂਟ ਲੀਡਰਸ਼ਿਪ ਹੈ ਉਹਦੇ ਕੋਲ ਕੋਈ ਇਹ ਅਥਾਰਟੀ ਹੈ ਕਿ ਉਹ ਸਿੱਖਾਂ ਬਾਰੇ ਕੋਈ ਲਾਈਨ ਖਿੱਚ ਕੇ ਫੈਸਲਾ ਲੈ ਸਕਣ, ਕਿਉਂਕਿ ਸਿੱਖ ਇਸ ਲੀਡਰਸ਼ਿਪ ਨੂੰ ਰਿਜੈਕਟ ਕਰ ਚੁੱਕੇ ਆ। ਸਵਾਲ ਵੱਡਾ ਹੈ ਕਿ ਆਪਰੇਸ਼ਨ ਬਲੂ ਸਟਾਰ ਬਰਸੀ ਹਰ ਵਾਰ ਆਉਂਦੀ ਆ। ਪੰਜਾਬ ਨਵੀਂ ਸਰਕਾਰ ਨੇ 20 ਪੈਰਾਮਿਲਟਰੀ ਫੋਰਸ ਦੀਆਂ ਬਟਾਲੀਅਨ ਸੱਦ ਲਈਆਂ ਹੈਗੀਆਂ। ਉਧਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਟੇਟਮੈਂਟ ਆਣੀ ਤਾਂ ਲੱਗਦਾ ਨਹੀਂ ਕਿ ਇੱਦਾਂ ਦਾ ਮਾਹੌਲ ਸਿਰਜਿਆ ਜਾ ਰਿਹਾ, ਜਾਂ ਪੰਜਾਬ ਨੂੰ ਫਿਰ ਤੋਂ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਜਾਂ ਪੰਜਾਬ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈਗਾ ਜੀ? ਨਹੀਂ, ਇਹ ਡਰਾ ਕਿਹੜੀ ਗੱਲ 'ਤੇ ਰਿਹਾ? ਹੁਣ ਤਾਂ ਇਲੈਕਸ਼ਨ ਵੀ ਨੇੜੇ ਕੋਈ ਨਹੀਂ ਗੀ ਜੀ, ਅਤੇ ਨੈਸ਼ਨਲ ਲੈਵਲ 'ਤੇ ਵੀ ਇਲੈਕਸ਼ਨ ਹਜੇ 2024 ਦੇ ਵਿੱਚ ਹੈ। ਸੋ ਇਸ ਕਰਕੇ ਮੈਨੂੰ ਇਹ ਸਾਰਾ ਜਿਹੜਾ ਨੈਰੇਟਿਵ ਸਾਹਮਣੇ ਨਜ਼ਰ ਆ ਰਿਹਾ ਹੈ ਨਾ, ਹਜੇ ਪੂਰੀ ਤਰ੍ਹਾਂ ਸਮਝ ਨਹੀਂ ਆਉਂਦਾ। ਤਾਂ ਮੈਂ ਕਿਹਾ ਕਿ ਜਥੇਦਾਰ ਜੀ ਪਹਿਲਾਂ ਕਲੀਅਰ ਕਰਨ ਕਿ ਜਿਹੜੀ ਇਹਨਾਂ ਦਾ ਇਹ ਬਿਆਨ ਅੱਜ ਦਾ ਬਹੁਤ ਮਹੱਤਵਪੂਰਨ ਹੈ, ਇਹ ਕਿਸ ਕੌਂਟੈਕਸਟ ਦੇ ਵਿੱਚੋਂ ਗੱਲ ਕਰ ਰਹੇ ਆ ਅਤੇ ਇਹ ਕੀ ਕਰਾਉਣਾ ਚਾਹੁੰਦੇ ਆ। ਜੇ ਇਹ ਅਕਾਲੀ ਦਲ ਨੂੰ ਵਾਪਸ ਪੰਥ ਦੇ ਵਿੱਚ ਲਿਆਉਣਾ ਚਾਹੁੰਦੇ ਹੈ ਅਤੇ ਪਹਿਲਾਂ ਫਿਰ ਹੁਕਮਨਾਮਾ ਉੱਥੋਂ ਇਸ਼ੂ ਕਰਨ ਕਿ ਜਿਹੜੀ ਹੁਣ ਦੀ ਲੀਡਰਸ਼ਿਪ ਹੈ, ਕਿਉਂਕਿ ਸਿੱਖ ਇਹਨੂੰ ਰਿਜੈਕਟ ਕਰ ਚੁੱਕੇ ਹੈ। ਰਿਜੈਕਟ ਹੀ ਨਹੀਂ, ਰਿਜੈਕਟ ਕਿਉਂ ਕੀਤਾ ਹੈ? ਕਿਉਂਕਿ ਇਹ ਪੰਥ ਤੋਂ ਤਾਂ ਦੂਰ ਹੋ ਗਏ ਸੀ। ਬਰਗਾੜੀ ਤਾਂ ਲਾਸਟ ਐਗਜ਼ਾਮਪਲ ਹੈ। ਅਤੇ ਸੁਬੇਸ਼ ਸਿੰਘ ਸੈਣੀ ਦੀ ਅਪੁਆਇੰਟਮੈਂਟ ਨਾਲ ਜਿਨ੍ਹਾਂ ਦਾ ਕਿਰਦਾਰ ਜਿਸ ਲੀਡਰਸ਼ਿਪ ਦਾ ਇਹ ਰਿਹਾ ਹੋਵੇ, ਉਹਨੂੰ ਕਹਿਣ ਭਾਈ ਤੁਸੀਂ ਪਾਸੇ ਹੋ ਜਾਓ। ਜੇ ਜਥੇਦਾਰ ਜੀ ਸੁਹਿਰਦ ਹੈ ਅਕਾਲੀ ਦਲ ਨੂੰ ਰਿਵਾਈਵ ਕਰਨ ਵਾਸਤੇ, ਅਤੇ ਜੇ ਜਿਹੜੀ ਉਹਨਾਂ ਦੀ ਅੱਜ ਦੀ ਕਾਲ ਹੈ ਉਹ ਇਸ ਪਰਪਸ ਨਾਲ ਹੈ ਕਿ ਅਕਾਲੀ ਦਲ ਨੂੰ ਵਾਪਸ ਪੰਥਕ ਡੋਮੇਨ ਦੇ ਵਿੱਚ ਲਿਆਂਦਾ ਜਾਵੇ, ਅਤੇ ਮੇਰੇ ਖਿਆਲ 'ਚ ਪਹਿਲਾਂ ਤਾਂ ਹੁਕਮਨਾਮਾ ਉਹਨਾਂ ਨੂੰ ਇਹੀ ਇਸ਼ੂ ਕਰਨਾ ਚਾਹੀਦਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਚੇਂਜ ਹੋਵੇ। ਲੱਗਦਾ ਨਹੀਂ ਕਿ ਇਹ ਜਿਹੜੀ ਕਾਲ ਉਹਨਾਂ ਦੀ ਬੇਲੋੜੀ ਆ, ਜਾਂ ਫਿਰ ਸਿਆਸਤ ਦੇ ਨਾਲ ਜੁੜੀ ਹੋਈ ਹੈ ਜੀ? ਜੇ ਉਹਨਾਂ ਤੋਂ ਇਹ ਕਰਵਾਇਆ ਜਾ ਰਿਹਾ ਹੈ, ਪੈਟਰਨ ਹੈ, ਹੁਣ ਪੈਟਰਨ ਦੇ ਵਿੱਚ ਹੈ ਸਟੇਟਮੈਂਟ ਜਿਹੜੀ ਮੈਂ ਗੱਲ ਕੀਤੀ ਹੈ ਵੀ ਅਕਾਲੀ ਦਲ ਨੂੰ ਵਾਪਸ ਸਿੱਖ ਡੋਮੇਨ 'ਚ ਲਿਆਉਣ ਦੀ ਗੱਲ ਲਗਾਤਾਰ ਹੋ ਰਹੀ ਹੈ। ਸੁਖਬੀਰ ਜੀ ਵੀ ਕੋਸ਼ਿਸ਼ ਕਰ ਰਹੇ ਹੈ, ਇਹ ਉਹਦਾ ਪਾਰਟ ਹੈ। ਲੇਕਿਨ ਇਹਦੇ ਜਿਹੜੀ ਇੰਪਲੀਕੇਸ਼ਨ ਹੈ ਉਹ ਬਹੁਤ ਸੀਰੀਅਸ ਹੈ। ਇਹਦੇ ਨਾਲ ਪੰਜਾਬ ਦੇ ਵਿੱਚ ਟੈਨਸ਼ਨ ਵੱਧ ਸਕਦੀ ਹੈ। ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਜਥੇਦਾਰ ਜੀ ਸਾਰੀ ਗੱਲ ਨੂੰ ਪਹਿਲਾਂ ਕਲੀਅਰ ਕਰਨ ਕਿ ਇਹ ਕਾਲ ਦੇਤੀ
ਕਿ ਇਹਦਾ ਮਕਸਦ ਉਹਨਾਂ ਦਾ ਕੀ ਹੈ, ਕਿੱਥੋਂ ਡਰ ਹੈ ਸਿੱਖਾਂ ਨੂੰ। ਡਰ ਸਿੱਖਾਂ ਨੂੰ ਹੈ, ਅਕਾਲੀਆਂ ਨੂੰ ਹੈ, ਕਿਹਨਾਂ ਨੂੰ ਡਰ ਹੈ। ਪਰ ਸਵਾਲ ਹੈ ਭਾਈ, ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂਕਿ ਸਿੱਖ ਉਹਨੂੰ ਮੰਨਦੇ ਹੈਗੇ ਨੇ ਉਸ ਤਖਤ ਨੂੰ, ਲਾਜ਼ਮੀ ਤੌਰ ਤੇ ਮੈਸੇਜ ਜਿਹੜੇ ਸਿੱਖਾਂ ਦੇ ਕੁੜੀਆਂ ਮੁੰਡਿਆਂ ਤੱਕ ਪਹੁੰਚਾਊਗਾ। ਪਰ ਪੰਜਾਬ 'ਚ ਤੇ ਮੁਸਲਮਾਨ ਭਾਈਚਾਰਾ ਵੀ ਵੱਸਦਾ, ਹਿੰਦੂ ਭਾਈਚਾਰਾ ਵੀ ਵੱਸਦਾ, ਈਸਾਈ ਭਾਈਚਾਰਾ ਵੀ ਵੱਸਦਾ। ਉਹਨਾਂ ਦੇ ਵੀ ਕੁੜੀਆਂ ਮੁੰਡੇ ਸੋਚਦੇ ਹੋਣਗੇ ਕਿ ਜੇ ਨਾਲ ਦੇ ਹਥਿਆਰ ਰੱਖ ਲੈਣਗੇ ਤਾਂ ਅਸੀਂ ਕੀ ਕਰਾਂਗੇ। ਜੋ ਬਾਕੀ ਕਹਿ ਕੇ ਜਿਹੜੇ ਇੱਥੇ ਮਿਨੋਰਟੀ 'ਚ ਆ ਕਿ ਇੱਥੇ ਸਿੱਖ ਮੈਜੋਰਟੀ 'ਚ ਹੈ, ਜੇ ਹਰ ਸਿੱਖ ਕੋਲ ਆਪਣੇ ਉਹਨਾਂ ਦੇ ਬੱਚਿਆਂ ਕੋਲ ਵੀ ਹਥਿਆਰ ਹੋਗੇ ਤਾਂ ਅਸੀਂ ਕਿੱਥੇ ਰਵਾਂਗੇ। ਨਹੀਂ, ਮੈਂ ਇਹਦੇ ਨਾਲ ਇੱਕ ਐਗਜ਼ਾਮਪਲ ਹੋਰ ਦੇਣਾ ਚਾਹੂੰਗਾ। ਹੁਣ RSS ਵਾਲੇ ਵਿਜੇ ਦਸ਼ਮੀ ਤੇ ਦੁਸਹਿਰੇ ਤੇ ਹਥਿਆਰਾਂ ਦੀ ਪੂਜਾ ਕਰਦੇ ਆ ਜੀ, ਤੇ ਉਸ ਦਿਨ ਜਿਹੜਾ ਉਹ ਜਲੂਸ ਕੱਢਦੇ ਆ ਉਹ ਹਥਿਆਰਬੰਦ ਹੋ ਕੇ ਕੱਢਦੇ ਆ ਜੀ। ਜੇ ਉਹ ਇਹ ਕਰ ਸਕਦੇ ਹੈ ਫਿਰ ਬਾਕੀ ਜਥੇਬੰਦੀਆਂ ਵੀ ਕਰ ਸਕਦੀਆਂ। ਮਤਲਬ ਕੱਲ੍ਹ ਨੂੰ ਮੁਸਲਮਾਨ ਵੀ ਕਰਨਗੇ, ਸਿੱਖ ਵੀ ਕਰਨਗੇ, ਈਸਾਈ ਵੀ ਕਰਨਗੇ ਜੀ। ਨਹੀਂ, ਪਹਿਲਾਂ ਫਿਰ RSS ਵਾਲੇ ਬੰਦ ਕਰਨ, ਉਹ ਤਾਂ ਪੂਜਾ ਕਰਦੇ ਆ। ਮਤਲਬ ਹੁਣ ਤਾਂ ਸੈਂਕਟਿਟੀ ਮਿਲ ਰਹੀ ਹੈ, ਜੋ ਇਹੋ ਜਿਹੀ ਐਕਸ਼ਨ ਇਹ ਸਾਰੇ ਕਰ ਰਹੇ ਹੈ, ਸਟੇਟ ਪਾਵਰ ਉਹਨਾਂ ਦੇ ਨਾਲ ਹੈ। ਜੇ ਉਹ ਵਿਜੈ ਦਸ਼ਮੀ ਦੇ ਹਥਿਆਰਾਂ ਦੀ ਪੂਜਾ ਕਰਦੇ ਹੈ ਤੇ ਪਿਛਲੀ ਵਾਰੀ ਮੇਰੇ ਖਿਆਲ ਦੇ ਵਿੱਚ ਤੁਸੀਂ ਦੇਖੋ ਵੀ ਆਪਣੇ ਡਿਫੈਂਸ ਮਿਨਿਸਟਰ ਨੇ ਪੂਜਾ ਕਿੱਥੇ ਜਾ ਕੇ ਕੀਤੀ ਸੀ ਹਥਿਆਰਾਂ ਦੀ ਉਸ ਦਿਨ। ਅੱਛਾ, ਹਥਿਆਰ ਤੇ ਮੋਸਟਲੀ ਹੁੰਦਾ ਹੈ ਕਿ ਆਪਣੇ ਡਿਫੈਂਸ ਵਾਸਤੇ, ਤੇ ਜੇ ਲੋੜ ਪਈ ਤੇ ਜ਼ੁਲਮ ਦੇ ਖਿਲਾਫ ਵੀ। ਪਰ ਉਹ ਵੇਲਾ ਨਹੀਂ ਹੈਗਾ ਜਿਹੜੇ ਵੇਲੇ ਦੀਆਂ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਗਿਆ ਜਾਂ ਫਲਸਫਾ ਸੀ ਜੀ। ਦੇਖੋ, ਮੈਂ ਗੁਰਬਾਣੀ ਦੀ ਫਿਲਾਸਫੀ ਦਾ ਮੈਨੂੰ ਕੋਈ ਬਹੁਤਾ ਗਿਆਨ ਹੈ ਹੀ ਨਹੀਂ। ਮੈਂ ਐਵੇਂ ਕਲੇਮ ਕਰਾਂ, ਮੈਨੂੰ ਥੋੜ੍ਹਾ ਬਹੁਤ ਇਤਿਹਾਸ ਦਾ ਪਤਾ ਹੈ। ਲੇਕਿਨ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਹ, ਦਸਵੇਂ ਗੁਰੂ ਨੇ ਇਹ ਡਿਫਾਈਨ ਕੀਤਾ ਹੋਇਆ ਜੀ ਵੀ ਜੇ ਹਥਿਆਰ ਰੱਖਣਾ ਹੈ ਤੇ ਕਿਸ ਕੰਮ ਵਾਸਤੇ ਰੱਖਣਾ। ਜੇ ਲੇਟੈਸਟ ਸੁਣਨਾ ਸੰਤ ਜਰਨੈਲ ਸਿੰਘ ਦੀ ਸਪੀਚਾਂ ਚੱਕ ਲਓ, ਜੀ, ਉਹ ਵੀ ਉਹਦੇ 'ਚ ਕਹਿੰਦਾ ਹੈ ਵੀ ਹਥਿਆਰ ਰੱਖ ਕੇ ਕਿਸੇ ਮਜ਼ਲੂਮ 'ਤੇ ਜ਼ੁਲਮ ਕਰਨਾ ਉਹ ਪਾਪ ਹੈ। ਸੰਤ ਜਰਨੈਲ ਸਿੰਘ ਬਕਾਇਦਾ ਡਿਫਾਈਨ ਕਰਦੇ ਹੈ ਸਪੀਚਾਂ ਦੇ ਵਿੱਚ ਆਪਣੀਆਂ 'ਚ। ਜਦੋਂ ਹਥਿਆਰ ਰੱਖਣ ਦੀ ਗੱਲ ਉਹਨਾਂ ਨੇ ਕੀਤੀ ਸੀ, ਨਾਲ ਕਿਹਾ ਸੀ ਵੀ ਇਹ ਕਾਹਦੇ ਵਾਸਤੇ ਰੱਖਣੇ ਹੈ। ਅਤੇ ਜਥੇਦਾਰ ਜੀ ਹੁਣ ਇਹ ਦੱਸਣ, ਜੇ ਸੰਤ ਜਰਨੈਲ ਸਿੰਘ ਦੀ ਲੀਹਾਂ 'ਤੇ ਚੱਲਣਾ ਚਾਹੁੰਦੇ ਹੈ, ਉਹਨਾਂ ਨੇ ਤਾਂ ਆਪਣਾ ਫਿਰ ਕੁਰਬਾਨੀ ਦੇਣ ਦਾ ਫੈਸਲਾ ਕਰਕੇ ਉਹ ਅੱਗੇ ਤੁਰੇ ਸੀ। ਇਸ ਤਖਤ ਤੋਂ ਕਦੀ ਤਖਤਾਂ ਦੇ ਜਥੇਦਾਰ ਕਹਿ ਦਿੰਦੇ ਕਿ ਹਰ ਸਿੱਖ 4-4 ਨਿਆਣੇ ਜੰਮੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਕਹਿੰਦਾ ਕਿ 4-4 ਨਿਆਣੇ ਹੋਣੇ ਚਾਹੀਦੇ। ਹੁਣ ਨਵੇਂ ਜਿਹੜੇ ਜਥੇਦਾਰ ਮੌਜੂਦਾ ਜਿਹੜੇ ਨੇ ਉਹ ਕਹਿ ਰਹੇ ਕਿ ਹਥਿਆਰ ਰੱਖੋ ਜੀ। ਇਹ ਕੌਮ ਨੂੰ ਕੀ ਦਿਸ਼ਾ ਨਿਰਦੇਸ਼ ਦੇ ਰਹੇ ਨੇ ਜੀ? ਇਸੇ ਕਰਕੇ ਕੌਮ ਇਹਨਾਂ ਦਾ ਦਿਸ਼ਾ ਨਿਰਦੇਸ਼ ਬਹੁਤਾ ਮੰਨਦੀ ਨਹੀਂ ਜੀ। ਇਹਨਾਂ ਦੀ ਕ੍ਰੈਡੀਬਿਲਿਟੀ 'ਤੇ ਕੁਐਸਚਨ ਮਾਰਕ ਲੱਗ ਜਾਂਦਾ ਹੈ। ਜਿਹੜੀ ਮਾਡਰਨ ਜਨਰੇਸ਼ਨ ਹੈ ਉਹਨਾਂ ਦੀ ਕੀ ਪ੍ਰਾਇਰਟੀਜ਼ ਹੈ, ਇਹਦਾ ਦੇਖਣਾ ਪਏਗਾ ਨਾ। ਮੁੰਡੇ ਤਾਂ ਉੱਠ ਕੇ ਸਾਰੇ ਬਾਹਰ ਜਾ ਰਹੇ ਹੈ। ਬਾਣੀ ਤੇ ਬਾਣਾ ਪਹਿਲੀ ਚੀਜ਼ ਹੈ ਜੀ। ਜੇ ਬਾਣੀ ਤੇ ਬਾਣੇ ਦੀ ਤੁਸੀਂ ਗੱਲ ਹੀ ਨਹੀਂ ਕਰ ਸਕਦੇ, SGPC ਦੇ ਜਿਹੜੇ ਮੈਂਬਰ ਹੈਗੇ ਹੈ ਇਹਨਾਂ ਦੇ ਬੱਚੇ ਕੀ ਬਾਣੀ ਤੇ ਬਾਣਾ ਰੱਖਦੇ, ਉੱਥੋਂ ਹੀ ਸ਼ੁਰੂ ਕਰ ਲਓ ਪਹਿਲਾਂ। ਜੇ ਬਾਣੀ ਤੇ ਬਾਣੀ ਦੀ ਗੱਲ ਸੀਗੀ, ਫਿਰ ਆਪਣੇ ਸੁਖਬੀਰ ਸਿੰਘ ਬਾਦਲ ਜੀ ਆਪਣੇ ਉੱਤੇ ਰੰਗ ਨਹੀਂ ਸੀ ਪਾਉਂਦੇ ਹੋਲੀ 'ਚ, ਇਸ ਤਰ੍ਹਾਂ ਨੰਗੇ ਸਿਰ ਨਹੀਂ ਸੀ ਹੁੰਦੇ। ਫਿਰ ਬਾਣੀ ਤੇ ਬਾਣੇ ਦੀ ਪ੍ਰੋਟੈਕਸ਼ਨ ਕਰਨੀ ਚਾਹੀਦੀ ਸੀ। ਜੇ ਅਕਾਲੀ ਦਲ ਦਾ ਪ੍ਰਧਾਨ ਵੀ ਨਹੀਂ ਕਰ ਰਿਹਾ, ਫਿਰ ਜਥੇਦਾਰ ਜੀ ਹਥਿਆਰ ਰੱਖਣ ਨੂੰ ਕਿਹਨੂੰ ਕਹਿ ਰਹੇ ਆ? ਲੱਗਦਾ ਕਿ ਇਹ ਜਿਹੜੀ ਬਿਆਨ ਆਇਆ ਗਿਆ ਇਹਦੇ ਨਾਲ ਪੰਜਾਬ ਦਾ ਯੂਥ ਤੇ ਪਹਿਲਾਂ ਹੀ ਭਟਕਿਆ, ਬੜਾ ਨਿਰਾਸ਼ਾ 'ਚ, ਰੁਜ਼ਗਾਰ ਨੂੰ ਲੈ ਕੇ, ਨਸ਼ਿਆਂ ਦੀ ਦਲਦਲ 'ਚ ਪਹਿਲਾਂ ਹੀ ਇੰਨੇ ਜ਼ਿਆਦਾ ਗੈਂਗਸਟਰ ਆਪਣੇ ਕੋਲ ਹਥਿਆਰ ਰੱਖ ਕੇ ਬੈਠੇ ਨੇ। ਇਹਦੇ ਨਾਲ ਤਾਂ ਬੱਚੇ ਹੋਰ ਭੜਕ ਜਾਣਗੇ ਜੀ, ਗੁੰਮਰਾਹ ਹੋ ਜਾਣਗੇ ਜੀ। ਨਹੀਂ, ਹਥਿਆਰ ਰੱਖਣ ਵਾਸਤੇ ਪੈਸੇ ਕਿਹਦੇ ਕੋਲੇ ਹੈ? ਮੈਨੂੰ ਤਾਂ ਇਹ ਵੀ ਨਹੀਂ ਸਮਝ ਕੇ ਮਾਰਨਗੇ ਨਾ। ਮੰਨ ਲਓ ਜੇ ਉਹਨੂੰ ਰਿਵਾਲਵਰ ਚਾਹੀਦਾ, ਉਹ ਕਹਿਣਗੇ ਚਲੋ 1.5-2 ਲੱਖ ਰੁਪਏ ਜਿੱਥੋਂ ਮਰਜ਼ੀ ਐਕਸਟੋਰਸ਼ਨ ਮਨੀ ਲੈ ਲਓ ਜੀ, ਜਾਂ ਕੋਈ ਦੁਕਾਨ ਲੁੱਟ ਲਓ ਜੀ। ਚਲੋ ਉਹ ਗੱਲ ਵੱਖਰੀ ਹੈ, ਲੇਕਿਨ ਇਹ ਜਿਹੜਾ ਹਥਿਆਰ ਰੱਖਣਾ ਹੈ ਨਾ, ਇਹ ਸਧਾਰਨ ਬੰਦੇ ਦਾ ਸ਼ੌਕ ਤਾਂ ਹੈ ਨਹੀਂ ਜੀ। ਇਹ ਤਾਂ ਪੈਸੇ ਵਾਲੇ ਬੰਦਿਆਂ ਦਾ ਸ਼ੌਕ ਸੀਗਾ। ਪੈਸੇ ਵਾਲੇ ਬੰਦੇ ਹੀ ਹਥਿਆਰ ਰੱਖਦੇ ਹੁੰਦੇ ਆ। ਅਤੇ ਜਿਹੜਾ ਜਥੇਦਾਰ ਜੀ ਗ੍ਰਾਂਟ ਇਸ਼ੂ ਕਰਵਾ ਦੇਣਾ SGPC ਤੋਂ, ਸਿੱਖਾਂ ਨੂੰ ਵੀ ਹਥਿਆਰ ਲੈਣਾ ਅਤੇ SGPC ਗ੍ਰਾਂਟ ਦੇ ਦਿਆ ਕਰੇਗੀ। ਭਾਈ ਰਣਜੀਤ ਸਿੰਘ ਹੋਣੀ ਕਹਿੰਦੇ ਕਿ ਪਹਿਲਾਂ 1500 ਕਰੋੜ ਰੁਪਈਆ ਬਜਟ ਹੁੰਦਾ ਹੈ, ਇਸ ਵਾਰ ਸ਼੍ਰੋਮਣੀ ਕਮੇਟੀ ਦਾ 800 ਕਰੋੜ ਰਹਿ ਗਿਆ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿਆਰ ਕਿੱਥੋਂ ਲੈ ਜਾਊਗਾ, ਤਾਂ ਬਜਟ ਆਪ ਘਾਟੇ 'ਚ ਚੱਲ ਗਿਆ ਜੀ। ਨਹੀਂ, ਇਹ ਪਹਿਲੀ ਵਾਰੀ ਉਹ ਠੀਕ ਕਹਿ ਰਹੇ। ਨਹੀਂ, ਬਜਟ ਤਾਂ ਰਿਲੀਜ਼ ਹੁੰਦਾ, ਅਫੀਸ਼ੀਅਲੀ ਹੁੰਦਾ।
ਬਜਟ ਤਾਂ ਐਸਜੀਪੀਸੀ ਨੂੰ ਕੁਝ ਵੀ ਨਹੀਂ ਹੈ, ਵੈਸੇ ਹੀ ਰੌਲਾ ਦੁਨੀਆ 'ਚ ਕਿਉਂ ਪਤਾ ਨਹੀਂ ਕਿਉਂ ਪਿਆ ਰਹਿੰਦਾ ਹੈ ਕਿ ਜੇ ਪੈਰਲਲ ਗਵਰਨਮੈਂਟ ਹੈ, ਸਰਕਾਰ ਜਿੰਨਾ ਬਜਟ ਹੈ, ਉਹ ਤਾਂ ਸਰਕਾਰ ਤੇ ਇੱਕ ਡਿਪਾਰਟਮੈਂਟ ਜਿੰਨਾ ਬਜਟ ਵੀ ਨਹੀਂ ਸਰਕਾਰ ਦੇ ਤਾਂ। ਹਾਂਜੀ, ਸਰਕਾਰ ਦੇ ਡਿਪਾਰਟਮੈਂਟ ਮਤਲਬ ਕਿ ਉਹ ਜਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਦੇ ਸਿੱਖਾਂ ਦੇ ਕੁੜੀਆਂ ਮੁੰਡਿਆਂ ਨੂੰ ਤਿਉਹਾਰ, ਕਿ ਜਾਂ ਬਾਕੀ ਧਰਮ ਦੇ ਮੁੰਡੇ ਕੁੜੀਆਂ ਵੀ ਤਿਉਹਾਰ ਸ਼੍ਰੋਮਣੀ ਕਮੇਟੀ ਲੈ ਕੇ ਦੇਵੇ ਜੀ। ਮਤਲਬ ਫਿਰ ਪ੍ਰਬੰਧ ਕਰਨੇ ਪੈਣਗੇ ਜਥੇਦਾਰ ਨੂੰ ਜੀ। ਨਹੀਂ, ਇਸ਼ੂ ਇਹ ਹੈ ਕਿ ਜਥੇਦਾਰ ਜੀ ਪਹਿਲਾਂ ਡਿਫਾਈਨ ਕਰਨ ਜੀ ਉਹ ਸਿਆਸਤ ਜਿਹਦੇ ਵਿੱਚ ਜਿਹਦੇ ਦਾਇਰੇ 'ਚ ਰਹਿ ਕੇ ਉਹ ਇਹ ਬਿਆਨ ਦੇ ਰਹੇ ਹੈ ਕਿ ਉਹਨਾਂ ਦਾ ਮਕਸਦ ਕੀ ਹੈ ਅਤੇ ਉਹ ਕੀ ਕਰਵਾਉਣਾ ਚਾਹੁੰਦੇ ਕੌਮ ਤੋਂ, ਔਰ ਕੀ ਕੌਮ ਉਹਨਾਂ ਦੇ ਆਖੇ ਲੱਗਦੀ ਹੈ ਅਤੇ ਉਹਨਾਂ ਦੀ ਪ੍ਰਾਇਰਟੀ ਇਸ ਵੇਲੇ ਕੀ ਹੈ, ਇਹ ਦੱਸਣ ਪਹਿਲਾਂ। ਅਤੇ ਇਹ ਹੁਣ ਇਹਨੂੰ ਇੱਥੇ ਨਾ ਛੱਡਣ, ਅਤੇ ਨਾਲ ਇਹਦੇ ਐਸਜੀਪੀਸੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਹ ਵੀ ਕਲੀਅਰ ਕਰਕੇ ਉਹਨਾਂ ਦੀ ਇਸ ਜਿਹੜੀ ਸਟੇਟਮੈਂਟ ਹੈ ਜਥੇਦਾਰ ਹੋਰਾਂ ਦੀ, ਇਹਦੇ 'ਤੇ ਉਹਨਾਂ ਦਾ ਓਪੀਨੀਅਨ ਕੀ ਹੈ। ਮਹਿਸੂਸ ਕਰਦੇ ਬਿਆਨ ਲਿਖਿਆ ਕਿਤੇ ਹੋਰ ਹੋਵੇ, ਪੜ੍ਹਿਆ ਕਿਤੇ ਹੋਰ ਗਿਆ ਹੋਵੇ ਜੀ? ਮੈਂ ਜਥੇਦਾਰ ਜੀ ਦੇ ਬਾਰੇ ਇਹ ਗੱਲ ਨਹੀਂ ਕਹਿਣੀ ਜੀ। ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ ਇਹ ਜਿੰਨੇ ਇਹਨਾਂ ਦੇ ਹੁਣ ਦੇ ਐਕਸ਼ਨ ਹੈ, ਸਟੇਟਮੈਂਟਸ ਹੈਗੀਆਂ, ਉਹਨਾਂ ਦਾ ਪਰਪਸ ਇੱਕੋ ਹੀ ਹੈ, ਉਹ ਅਕਾਲੀ ਦਲ ਨੂੰ ਵਾਪਸ ਪੰਥਕ ਪਿੜ ਦੇ ਵਿੱਚ ਲੈ ਕੇ ਜਾਣਾ। ਮੈਂ ਇਸ ਤੋਂ ਜ਼ਿਆਦਾ ਇਹਨਾਂ ਬਾਰੇ ਹੋਰ ਕੁਝ ਨਹੀਂ ਕਹੂੰਗਾ। ਬਹੁਤ ਬਹੁਤ ਮਿਹਰਬਾਨੀ। ਮਿਹਰਬਾਨੀ। ਜਿੱਥੋਂ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਵਾਲ ਹੈ ਕਿ ਵੇਲਾ ਬਹੁਤ ਮਾੜਾ, ਪਰ ਨਾਲ ਗੱਲ ਉਹਨਾਂ ਕਿਹਾ ਕਿ ਹਰ ਇੱਕ ਨੌਜਵਾਨ ਮੁੰਡੇ ਕੁੜੀ ਨੂੰ ਆਪਣੇ ਕੋਲੋਂ ਕਾਨੂੰਨਨ ਤੌਰ 'ਤੇ ਇੱਕ ਹਥਿਆਰ ਰੱਖ ਦੇਣਾ ਚਾਹੀਦਾ। ਬੱਚਿਆਂ ਨੂੰ ਕਿਸ ਲੜਾਈ ਵੱਲ ਤਿਆਰ ਕੀਤਾ ਜਾ ਰਿਹਾ, ਜਾਂ ਕਿਸ ਮਾਹੌਲ 'ਚ ਰਹਿ ਕੇ ਗੱਲ ਕੀਤੀ ਜਾ ਰਹੀ ਹੈ, ਜਾਂ ਕੀ ਵਾਕਈ ਹਾਲਾਤ ਇੰਨੇ ਖਤਰਨਾਕ ਨੇ ਕਿ ਜੇ ਤੁਹਾਡੇ ਕੋਲ ਹਥਿਆਰ ਹੈ ਤਾਂ ਹੀ ਜ਼ਿੰਦਗੀ ਬਚੇਗੀ। ਪਰ ਸ਼ਾਇਦ ਪੰਥ ਵੀ ਕੌਮ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹਦੇ ਮੁੜ ਤੋਂ ਸਟੈਂਡ ਸਪਸ਼ਟ ਕਰ ਲਈ ਉਹਨਾਂ ਨੂੰ ਹੁਣ ਕੁਛ ਨਾ ਕੁਛ ਕਹਿਣਾ ਪਏਗਾ, ਅਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ 'ਤੇ ਆਪਣਾ ਪੱਖ ਰੱਖਣਾ ਪਏਗਾ। ਕੈਮਰਾਮੈਨ ਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।